ਤਾਂ ਲੈ ਲਈ, ਹੁਣ ਉਹਨੂੰ ਕਮਾਣਾ ਹੈ, ਹੁਣ ਉਹਦੀ ਕਮਾਈ ਕਰਨੀ ਹੈ। ਆਖਿਆ ਜਿਹੜੇ ਜਿਹੜੇ ਨਾਮ ਧਿਆਣਗੇ ਉਹ ਜੀਵਨ ਦੀ ਬਾਜੀ ਦੇ ਜੇਤੂ ਬਣ ਜਾਣਗੇ। ਸੰਤ ਪ੍ਰਸਾਦ ਹਰ ਨਾਮ ਧਿਆਇਆ, ਸਰਬ ਕੁਸ਼ਲ ਤਬ ਥੀਆ। ਸਾਰਾ ਕੁਝ ਕੁਸ਼ਲ, ਕੁਸ਼ਲ ਦਾ ਅਖਰੀ ਅਰਥ ਆਪਾਂ ਕਰਾਂਗੇ ਸਭ ਕੁਝ ਸੁਖਮਈ, ਆਨੰਦਮਈ ਹੋ ਗਿਆ। ਹੁਣ ਚਾਰੇ ਪਾਸੇ ਸੁਖ ਹੀ ਸੁਖ ਬਣ ਗਿਆ ਜਦੋਂ ਨਾਮ ਧਿਆਉਣ ਲੱਗ ਪਿਆ। ਪੜ੍ਹਦੇ ਹੋ ਨਾ ਬਾਣੀ ਦਾ ਬਚਨ ਕਿ ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਆਖਿਆ ਜਿਹੜੇ ਜਿਹੜੇ ਬੰਦੇ ਨਾਮ ਧਿਆਉਂਦੇ ਨੇ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੀਵਨ ਦੀ ਬਾਜੀ ਦੇ ਜੇਤੂ ਨੇ, ਉਹਨਾਂ ਜੀਵਨ ਨੂੰ ਜਿੱਤ ਲਿਆ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਜਿਹੜੇ ਘਰ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਘਰ ਵੀ ਭਵਨ ਵੀ ਪੁਨੀਤ ਹੋ ਗਿਆ। ਉਹ ਘਰ ਵੀ ਪਵਿੱਤਰ ਹੋ ਗਿਆ ਜਿੱਥੇ ਬਹਿ ਕੇ ਰੱਬ ਦਾ ਜਸ ਕੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਤਬ ਥੀਆ। ਸੁਖ ਤੇ ਆਨੰਦ ਨਾਲ ਭਰ ਗਿਆ ਜਦੋਂ ਸੰਤ ਸਰੂਪ ਗੁਰੂ ਦੀ ਕਿਰਪਾ ਨਾਲ ਨਾਮ ਧਿਆਉਣ ਲੱਗਾ। ਸਤ ਸੰਗਤ ਜੀ ਵੇਖੋ ਬੜੀ ਵੱਡੀ ਵਡਿਆਈ ਹੈ। ਭੱਟਾਂ ਨੇ ਇੱਕ ਬਚਨ ਵਰਤਿਆ ਬਾਣੀ ਚ, ਆਖਿਆ ਗੁਰੂ ਨਾਨਕ ਸਾਹਿਬ ਜੀ ਨਾ ਦੀਵੇ ਦੀ ਤਰ੍ਹਾਂ, ਦੀਵੇ ਦੀ ਲੋਹ ਦੀ ਤਰ੍ਹਾਂ ਸੰਸਾਰ ਵਿੱਚ ਵਿਚਰੇ। ਉਹਨਾਂ ਨੇ ਬਚਨ ਵਰਤੇ ਚਿਰਾਗ। ਚਿਰਾਗ ਵੀ ਦੀਵੇ ਨੂੰ ਕਿਹਾ ਜਾਂਦਾ ਹੈ। ਜਿਵੇਂ ਕਿਸੇ ਦੇ ਘਰ ਵਿੱਚ ਚਿਰਾਗ ਬਲਦਾ ਹੋਵੇ, ਪੁਰਾਣੇ ਸਮਿਆਂ 'ਚ ਲੋਕੀ ਘਰਾਂ 'ਚ ਦੀਵਾ ਬਾਲਣਾ। ਭੱਟ ਜੀ ਨੇ ਬਚਨ ਵਰਤੇ, ਆਖਿਆ ਬਲਿਓ ਚਿਰਾਗ ਅੰਧਿਆਰ ਮੈਂ। ਭਲਾ ਦੀਵਾ ਕਿਉਂ ਕਿਹਾ? ਚਿਰਾਗ ਨਾਲ ਤੁਲਨਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੂੰ। ਉਹ ਤਾਂ ਕਰਕੇ ਦਿੱਤੀ ਕਿਉਂਕਿ ਦੀਵੇ ਦੀ ਲੋਅ ਐਸੀ ਹੈ, ਸਤ ਸੰਗਤ ਜੀ, ਇੱਕ ਤਾਂ ਹਨੇਰਾ ਦੂਰ ਕਰਨਾ, ਚਾਨਣ ਦੇਣਾ, ਤੇ ਦੂਸਰੀ ਗੱਲ ਸਭ ਤੋਂ ਵੱਡੀ ਇਹ ਵੀ ਦੀਵੇ ਦੀ ਲੋਅ ਦੇ ਨੇੜੇ ਕਰ ਕਰਕੇ ਨਾ ਜਿੰਨੇ ਮਰਜ਼ੀ ਦੀਵੇ ਜਗਾ ਲਓ, ਪਹਿਲੇ ਦੀਵੇ ਦੀ ਲੋਅ ਘਟਦੀ ਕੋਈ ਨਹੀਂ। ਜਿੰਨੇ ਮਰਜ਼ੀ ਦੀਪਕ ਬਾਲ ਲਓ, ਇੱਕ ਦੀਪਕ ਦੀ ਲੋਅ ਤੋਂ 1000, 2000, 10,000 ਦੀਵਾ ਵੀ ਕੋਈ ਬਾਲ ਲਵੇ ਨਾ, ਬਾਲ ਬਾਲ ਕੇ ਰੱਖੀ ਜਾਏ, ਸਾਰੇ ਦੀਵਿਆਂ ਨੂੰ ਰੋਸ਼ਨ ਕਰਨ ਵਾਲਾ ਉਹ ਪਹਿਲਾ ਦੀਵਾ ਪਹਿਲਾਂ ਦੀ ਤਰ੍ਹਾਂ ਲਟ ਲਟ ਬਲਦਾ ਰਹੇਗਾ। ਉਹਦੀ ਲੋਅ ਮੱਧਮ ਨਹੀਂ ਪੈਂਦੀ। ਤੇ ਉਹਦੀ ਖਾਸੀਅਤ ਇਹ ਹੈ ਵੀ ਜਿਹੜਾ ਨੇੜੇ ਆਵੇ ਉਹਨੂੰ ਰੁਸ਼ਨਾ ਦੇਣਾ, ਚਾਨਣ ਕਰ ਦੇਣਾ, ਉਹਨੂੰ ਬਾਲ ਦੇਣਾ, ਜਗਾ ਦੇਣਾ। ਆਖਿਆ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਵਰਤੇ ਦੁਨੀਆ 'ਚ। ਜੇ ਆ ਅੱਖਰ ਵਰਤਿਆ ਨਾ ਸਤਿਗੁਰਾਂ ਨੇ ਸੰਤ ਪ੍ਰਸਾਦ, ਸੰਤ ਅੱਖਰ ਗੁਰੂ ਲਈ ਵਰਤਿਆ, ਤੇ ਇਸ ਗੱਲ ਤੇ ਯਕੀਨ ਕਰੀਏ ਜਿਹੜੇ ਜਿਹੜੇ ਸੰਤ ਸਰੂਪ ਗੁਰੂ ਦੀ ਸਿੱਖਿਆ ਤੇ ਚੱਲੇ ਤੇ ਨਾਮ ਦੀ ਕਮਾਈ ਕਰਨ ਲੱਗੇ, ਗੁਰੂ ਨੇ ਉਹਨਾਂ ਨੂੰ ਆਪਣੇ ਵਰਗਾ ਬਣਾ ਦਿੱਤਾ। ਜਿਵੇਂ ਦੀਵਾ ਬਲਿਆ ਹੋਇਆ, ਬੁਝੇ ਹੋਏ ਦੀਵੇ ਨੂੰ ਦੀ ਲੋਅ ਦੇ ਨੇੜੇ ਕਰੋ ਤੇ ਉਹਨੂੰ ਵੀ ਬਾਲ ਦਿੰਦਾ ਹੈ, ਰੋਸ਼ਨ ਕਰ ਦਿੰਦਾ ਹੈ। ਇਸ ਤਰ੍ਹਾਂ ਜਿੰਨੇ ਜਿੰਨੇ ਗੁਰੂ ਸੰਤ ਸਰੂਪ ਗੁਰੂ ਨੂੰ ਜਪਿਆ, ਗੁਰੂ ਨਾਲ ਜੁੜਨਾ ਕੀਤਾ, ਗੁਰੂ ਨੇ ਉਹਨੂੰ ਵੀ ਇਸ ਉੱਚੀ ਆਤਮਿਕ ਅਵਸਥਾ ਦਾ ਸਤ ਸੰਗਤ ਜੀ ਦਾਨ ਦਿੱਤਾ। ਤੇ ਦੂਜੀ ਬੇਨਤੀ ਇਹ ਵੀ ਕਰਾਂ ਵੀ ਸੰਤ ਇੱਕ ਪਦਵੀ ਦਾ ਨਾਮ ਹੈ, ਇੱਕ ਬੜੀ ਉੱਚੀ ਆਤਮਿਕ ਅਵਸਥਾ ਦਾ ਨਾਮ ਹੈ। ਇਹ ਕਿਸੇ ਖਾਸ ਪਹਿਰਾਵੇ ਦਾ ਨਾਮ ਨਹੀਂ ਹੈ, ਕਿਸੇ ਖਾਸ ਤਰ੍ਹਾਂ ਦੇ ਕੱਪੜਿਆਂ ਦਾ, ਲਿਬਾਸ ਦਾ ਨਾਮ ਸੰਤ ਨਹੀਂ ਵੀ ਕਿਸੇ ਬੰਦੇ ਨੇ ਪਾ ਲਿਆ ਤੇ ਉਹਨੂੰ ਕਹਿ ਦਿੱਤਾ ਵੀ ਇਹ ਕੱਪੜੇ ਵੇਖ ਕੇ, ਭੇਖ ਵੇਖ ਕੇ ਵੀ ਇਹ ਸੰਤ ਹੈ। ਨਹੀਂ, ਇੱਕ ਉੱਚੀ ਆਤਮਿਕ ਅਵਸਥਾ ਹੈ। ਹੋ ਸਕਦਾ ਖੇਤ ਵਿੱਚ ਕੰਮ ਕਰਨ ਵਾਲਾ ਜ਼ਿਮੀਂਦਾਰ ਵੀ ਇਸ ਪਦਵੀ ਦਾ ਮਾਲਕ ਹੋਵੇ, ਬਾਣੀ ਜਪਦਾ। ਤੇ ਹੋ ਸਕਦਾ ਦੁਕਾਨ ਤੇ ਬਹਿ ਕੇ ਕਿਰਤ ਕਰਨ ਵਾਲਾ, ਜਿਵੇਂ ਭਗਤ ਨਾਮਦੇਵ ਜੀ ਸਾਰਾ ਦਿਨ ਕੱਪੜੇ ਰੰਗਣੇ, ਛੇਪਣੇ, ਪਰ ਸਤ ਸੰਗਤ ਜੀ ਪਰਮਾਤਮਾ 'ਚ ਅਭੇਦ ਸਨ। ਜਿਵੇਂ ਭਗਤ ਰਵਿਦਾਸ ਜੀ ਚੁਰਾਹੇ 'ਚ ਬਹਿ ਕੇ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ, ਜੋੜੇ ਗੰਢਣੇ, ਕਿਰਤ ਕਰਨੀ, ਪਰ ਸਤ ਸੰਗਤ ਰੱਬ 'ਚ ਇੱਕ ਮਿਕ ਸਨ। ਕੋਈ ਦੁਕਾਨਦਾਰੀ ਕਰਨ ਵਾਲਾ ਆਪਣੀ ਹੱਟੀ ਤੇ ਆਪਣੀ ਦੁਕਾਨ ਤੇ ਬਹਿ ਕੇ ਰੁਜ਼ਗਾਰ ਕਰਨ ਵਾਲਾ ਬੰਦਾ ਵੀ ਰਸਨਾ ਨਾਲ ਨਾਮ ਜਪਦਾ, ਅੰਦਰ ਦੀ ਅਵਸਥਾ ਸੰਤ ਵਾਲੀ ਬਣ ਸਕਦੀ ਏ। ਦੁਨੀਆ ਦੀ ਨਜ਼ਰ ਵਿੱਚ ਹੋ ਸਕਦਾ ਵੀ ਕੱਪੜਿਆਂ ਦਾ ਨਾਮ ਸੰਤ ਹੋਵੇ, ਪਰ ਰੱਬ ਦੀ, ਗੁਰੂ ਦੀ ਦ੍ਰਿਸ਼ਟੀ 'ਚ ਕਿਸੇ ਭੇਖ ਦਾ ਨਾਮ ਸੰਤ ਨਹੀਂ ਹੈ। ਸਗੋਂ ਉਲਟਾ ਦਸਮ ਬਾਣੀ 'ਚ ਇੱਕ ਬਚਨ ਆਉਂਦਾ ਐਸਾ, ਸਾਹਿਬ ਜੀ ਕਹਿੰਦੇ ਜਿਹੜੇ ਭੇਖ ਦਾ ਨਾਮ ਵਰਤ ਕੇ ਆਪਣੇ ਭੇਖ ਲੋਕਾਂ ਨੂੰ ਦਿਖਾ ਦਿਖਾ ਕੇ ਆਪਣਾ ਬੜਾ ਜ਼ਿਆਦਾ ਭਰਮ ਜਾਲ ਲੋਕਾਂ 'ਚ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨਾ, ਰੱਬ ਦੇ ਘਰ ਕੁੱਟੇ ਜਾਣਗੇ, ਐਸਾ ਬਚਨ ਵਰਤਿਆ ਹੈ। ਬੜੇ ਭਾਵਪੂਰਤ ਬੋਲਨੇ ਵੀ ਭੇਖ ਦਿਖਾਵੇ ਜਗਤ ਕੋ,
ਲੋਗਨ ਕੋ ਬਸ ਕੀਨ, ਲੋਕਾਂ ਨੂੰ ਪਿਛਲੱਗ ਬਣਾ ਲਿਆ, ਭੇਖ ਵਿਖਾਇਆ। ਅੰਦਰ ਰਸਾਈ ਹੈ ਕੋਈ ਨਹੀਂ, ਭੇਖ ਦਿਖਾਵੇ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟੈ, ਆਤਮ ਰਾਮ ਨ ਚੀਨ। ਉਹਨੇ ਆਪਣੇ ਅੰਦਰ ਆਤਮ ਰਾਮ ਨੂੰ ਨਹੀਂ ਜਾਣਿਆ ਤੇ ਅੰਤਲੇ ਸਮੇਂ ਰੱਬ ਦੇ ਘਰ ਫਟਕਾਰਿਆ ਜਾਏਗਾ, ਦੁਰਕਾਰਿਆ ਜਾਏਗਾ। ਐਸਾ ਭੇਖੀ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭੇਖ ਦਾ ਨਾਮ ਸੰਤ ਨਹੀਂ ਹੈ। ਜਿਨੇ ਸੰਤ ਸਰੂਪ ਗੁਰੂ ਨੂੰ ਆਰਾਧਨ ਕੀਤਾ ਉਹ ਸਤ ਸੰਗਤ ਜੀ ਗੁਰੂ ਦਾ ਰੂਪ ਹੋ ਨਿਬੜੇ। ਇੱਕ ਦੋ ਉਦਾਹਰਨਾਂ ਇਤਿਹਾਸ ਦੇ ਝਰੋਖੇ ਵਿੱਚੋਂ ਆਪ ਜੀ ਦੇ ਸਨਮੁਖ ਸਾਂਝੀਆਂ ਕਰਾਂ। ਕੋਈ ਬੰਦਗੀ ਕਰ ਕਰਕੇ ਇਤਨਾ ਪਵਿੱਤਰ ਹੋ ਜਾਏ, ਇਤਨਾ ਪਵਿੱਤਰ ਹੋ ਜਾਏ ਵੀ ਸਤਿਗੁਰੂ ਉਹਦੇ ਤੋਂ ਬਲਿਹਾਰ ਜਾਂਦੇ ਨੇ। ਬਾਣੀ 'ਚ ਸੋਭਾ ਕੀਤੀ ਸਾਹਿਬ ਜੀ ਨੇ, ਆਖਿਆ ਤੁਧ ਸਲਾਹਨ ਤਿੰਨ ਧਨ ਪੱਲੇ। ਮੇਰੇ ਵਾਹਿਗੁਰੂ ਸਦਕੇ ਉਹਨਾਂ ਤੋਂ ਜਿਹੜੇ ਤੈਨੂੰ ਸਲਾਹੁੰਦੇ ਨੇ, ਤੇਰੀ ਸਲਾਹਤਾ ਕਰਦੇ ਨੇ, ਉਹਨਾਂ ਦੇ ਪੱਲੇ ਤੇਰਾ ਨਾਮ ਦਾ ਧਨ ਹੈ। ਉਹਨਾਂ ਨੂੰ ਤੂੰ ਨਾਮ ਦੀਆਂ ਬਰਕਤਾਂ ਦਿੱਤੀਆਂ ਨੇ। ਤੁਧ ਸਲਾਹਣ ਤਿੰਨ ਧਨ ਪੱਲੇ। ਤੇ ਅੱਗੇ ਬਚਨ ਹੈ ਨਾਨਕ ਕਾ ਧਨ ਸੋਈ। ਨਾਨਕ ਨੂੰ ਵੀ ਉਹ ਧਨ ਤੇਰੇ ਦਰ ਤੋਂ ਮੰਗਦਿਆਂ, ਜਾਚਨਾ ਕਰਦਿਆਂ, ਇਹ ਦਾਤ ਝੋਲੀ ਵਿੱਚ ਪਾ ਮੇਰੇ ਮਾਲਕਾ ਜਿਹੜੀ ਤੂੰ ਆਪਣੇ ਜਪਣ ਵਾਲਿਆਂ ਨੂੰ ਦਿੱਤੀ ਹੈ ਦਾਤ। ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ। ਤੇ ਅੱਗੇ ਬਚਨ ਕੀਤਾ, ਆਖਿਆ ਜੇ ਕੋ ਜੀਓ ਕਹੈ ਉਹਨਾਂ ਕੋ। ਆ ਜਿਹੜਾ ਉਹਨਾਂ ਅੱਖਰ ਹੈ ਨਾ, ਉਹਨਾਂ, ਇਹ ਸਤ ਸੰਗਤ ਜੀ ਜਪਣ ਵਾਲਿਆਂ ਲਈ ਹੈ, ਬੰਦਗੀ ਕਰਨ ਵਾਲੇ, ਨਾਮ ਬਾਣੀ ਦੇ ਅਭਿਆਸੀ ਗੁਰਸਿੱਖਾਂ ਲਈ, ਜਿਨ੍ਹਾਂ ਨੇ ਰੋਮ ਰੋਮ ਸ਼ਬਦ ਨਾਲ ਜੁੜ ਕੇ ਪਰਾਇਣ ਹੋ ਕੇ ਜੀਵਨ ਬਤੀਤ ਕੀਤਾ। ਮਾਰੇ ਕਹਿੰਦੇ ਜੇ ਕੋ ਜੀਓ ਕਹੈ ਉਹਨਾਂ ਕੋ। ਤੇ ਸੱਚ ਜਾਣਿਆ ਜੇ ਜਮ ਕੀ ਤਲਬ ਨਾ ਹੋਈ, ਉਹਨਾਂ ਨੂੰ ਪਰਤ ਕੇ ਜਮਾਂ ਦੀ ਤਲਬ ਨਹੀਂ, ਜਮਾਂ ਦਾ ਸਹਿਮ ਡਰ ਨਹੀਂ। ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦੀ ਉਪਮਾ ਕੀਤੀ, ਜਪਣ ਵਾਲਿਆਂ ਨੂੰ ਸਲਾਹਿਆ, ਉਹਨਾਂ ਨਾਲ ਮਿਲ ਕੇ ਰੱਬ ਦੀ ਉਪਮਾ ਵਿੱਚ ਜੁੜਨਾ ਕੀਤਾ। ਕਿੱਡੇ ਪਿਆਰੇ ਬਚਨ ਨੇ ਇਤਿਹਾਸ ਦੇ ਝਰੋਖੇ ਦੇ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨਾ ਸ੍ਰੀ ਅਕਾਲ ਤਖਤ ਸਾਹਿਬ ਬੈਠੇ ਸੀ, ਸੰਗਤਾਂ ਪਾਸ ਬੈਠੀਆਂ ਸੀ, ਬਚਨ ਚੱਲ ਰਿਹਾ। ਇੱਕਦਮ ਗਰੀਬ ਨਿਵਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉੱਠ ਖਲੋਤੇ। ਕੁਝ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਚੱਲ ਪਏ, ਤੁਰ ਪਏ, ਬਾਹਰ ਨਿਕਲੇ। ਸੰਗਤ ਇੱਕਦਮ ਹੈਰਾਨ ਵੀ ਸਤਿਗੁਰੂ ਬਿਨਾਂ ਦੱਸਿਆ ਹੀ ਬੜੀ ਕਾਹਲੀ ਨਾਲ ਦਰਬਾਰ ਵਿੱਚੋਂ ਉੱਠ ਕੇ ਚਲੇ ਗਏ ਨੇ। ਪਤਾ ਨਹੀਂ ਕੋਈ ਖਾਸ ਕਾਰਜ ਚੱਲੇ ਨੇ ਮਹਾਰਾਜ ਕਿਸੇ ਪਾਸੇ। ਛੇਵੇਂ ਸਤਿਗੁਰੂ ਉੱਠ ਕੇ ਨਾ ਨਗਰ ਦੇ ਬਾਹਰ ਪਾਸੇ ਸੁਲਤਾਨਵਿੰਡ ਵਾਲੇ ਪਾਸੇ ਨੂੰ ਸੱਚੇ ਪਾਤਸ਼ਾਹ ਜੀ ਬਾਹਰ ਨਿਕਲੇ। ਤੇ ਸਤ ਸੰਗਤ ਜੀ ਬਾਬਾ ਬੁੱਢਾ ਸਾਹਿਬ ਭਾਈ ਬ੍ਰਿਧ ਜੀ, ਜਿਨ੍ਹਾਂ ਦੀ ਉਸ ਵੇਲੇ ਆਰਬਲਾ 125 ਸਾਲ ਦੇ ਲਗਭਗ ਸੀ, ਔਰ ਬੜਾ ਲੰਮਾ ਸਮਾਂ ਬਾਬੇ ਨਾਨਕ ਦੇ ਘਰ ਦੀ ਸਿੱਖੀ ਉਹਨਾਂ ਕਮਾਈ, ਬੰਦਗੀ ਰਤੇ, ਸੇਵਾ ਤੇ ਸਿਮਰਨ ਨਾਲ ਰੋਮ ਰੋਮ ਉਸ ਪਰਮ ਪੁਰਖ ਦਾ ਪਵਿੱਤਰ ਸੀ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਕਹਿੰਦੇ ਨੇ ਕੁਝ ਸਮਾਂ ਪਹਿਲਾਂ ਇੱਕ ਦਿਨ ਅਕਾਲ ਤਖਤ ਸਾਹਿਬ ਮੱਥਾ ਟੇਕਣ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਸੀ ਬਾਬਾ ਬੁੱਢਾ ਸਾਹਿਬ। ਤੇ ਛੇਵੇਂ ਸਤਿਗੁਰਾਂ ਵੇਖਿਆ ਵੀ ਇੱਕ ਬੇਰੀ ਦਾ ਡੰਡਾ ਬਾਬਾ ਬੁੱਢਾ ਸਾਹਿਬ ਦੇ ਹੱਥ ਵਿੱਚ ਹੈ, ਪੁਤਕਾ, ਵਡੇਰਾ ਸਰੀਰ ਸੀ। ਤੇ ਉਸ ਡੰਡੇ ਨੂੰ ਹੱਥ ਵਿੱਚ ਫੜਿਆ, ਡੰਗੋਰੀ ਨੂੰ। ਕੁਝ ਦੋ ਕੁ ਸੇਵਕ ਨਾਲ ਸਨ ਤੇ ਦਰਸ਼ਨ ਕਰਨ ਆਏ ਬੀੜ ਸਾਹਿਬ ਤੋਂ। ਤੇ ਸਤ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉੱਠ ਕੇ ਮਿਲੇ ਬਾਬਾ ਬੁੱਢਾ ਸਾਹਿਬ ਨੂੰ। ਇਹ ਕੁਝ ਦਿਨ ਪਹਿਲਾਂ ਦੀ ਘਟਨਾ ਹੈ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪਾਸ ਬੈਠੇ ਬੜੇ ਪਿਆਰੇ ਬਚਨ ਕੀਤੇ। ਛੇਵੇਂ ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਆਪ ਜੀ ਦਾ ਤਨ ਵਡੇਰਾ ਹੈ, ਬਿਰਧ ਸਰੀਰ ਹੈ, ਏਡੀ ਦੂਰੋਂ ਚੱਲ ਕੇ ਆਉਂਦੇ ਹੋ ਪੈਦਲ, ਥਕੇਵਾਂ ਹੋ ਜਾਂਦਾ ਹੋਵੇਗਾ। ਆਖਿਆ ਤੁਸੀਂ ਸੇਵਕ ਭੇਜ ਕੇ ਸਾਨੂੰ ਸੱਦਿਆ ਕਰੋ, ਅਸੀਂ ਆਇਆ ਕਰਾਂਗੇ ਤੁਹਾਨੂੰ ਦਰਸ਼ਨ ਦਿਦਾਰੇ ਪਰਸਨ ਵਾਸਤੇ। ਤੁਸੀਂ ਸਾਨੂੰ ਬੁਲਾ ਲਿਆ ਕਰੋ ਜਦੋਂ ਤੁਹਾਡਾ ਮਨ ਕਰੇ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਜ਼ਰੂਰ ਮਿਲ ਜਾਓਗੇ, ਪਰ ਹਰਮੰਦਰਾਂ ਦੀ ਦਰਸ਼ਨਾਂ ਦੀ ਤਲਬ ਕਿਵੇਂ ਪੂਰੀ ਹੋਵੇ। ਹਰਮੰਦਰ ਸਾਹਿਬ ਵਿੱਚ ਹੱਥੀ ਸੇਵਾ ਕੀਤੀ ਇਸ ਪਾਵਨ ਪਵਿੱਤਰ ਦਰ ਤੇ, ਜਿਹਦੇ ਬਾਰੇ ਬਾਣੀ ਚੋਂ ਆਵਾਜ਼ ਆਉਂਦੀ ਵੀ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ। ਦੁਨੀਆ 'ਚ ਗੁਰਦੁਆਰੇ ਜਿੱਥੇ ਜਿੱਥੇ ਬਾਬੇ ਨਾਨਕ ਦੇ ਸਿੱਖ ਵਸਿਓ ਨਾ ਬਣਾ ਲੈ, ਪਰ ਗੁਰਮੁਖੋ ਦੁਨੀਆ 'ਚ ਦੂਜਾ ਹਰਮੰਦਰ ਨਹੀਂ ਹੋ ਸਕਦਾ, ਸੱਚਖੰਡ ਦਰਬਾਰ ਸਾਹਿਬ ਨਹੀਂ ਦੂਜਾ ਹੋ ਸਕਦਾ। ਜੋ ਉੱਥੇ ਦਾ ਵਾਤਾਵਰਨ ਸਤਿਗੁਰਾਂ ਸਿਰਜ ਦਿੱਤਾ,
ਜੋ ਉਸ ਅਸਥਾਨ 'ਚ ਰਹਿਮਤਾਂ ਭਰ ਦਿੱਤੀਆਂ। ਕਰਤੇ ਪੁਰਖ ਦਾ ਸਾਖਸ਼ਾਤ ਇਸ ਧਰਤੀ ਤੇ ਜੇ ਕੋਈ ਘਰ ਹੈ ਤੇ ਉਹ ਹਰਮੰਦਰ ਹੈ। ਆਖਿਆ ਜੀ ਹਰਮੰਦਰ ਦੇ ਦਰਸ਼ਨਾਂ ਨੂੰ ਆਉਣਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਹੱਸ ਪਏ, ਆਖਣ ਲੱਗੇ ਬਾਬਾ ਜੀ ਫਿਰ ਵੀ ਸਾਡੀ ਇੱਕ ਬੇਨਤੀ ਪ੍ਰਵਾਨ ਕਰੋ ਵੀ ਇੱਕ ਸੁੰਦਰ ਜਿਹੀ ਪਾਲਕੀ ਉਹ ਆਪ ਜੀ ਨੂੰ ਦਿੰਨੇ ਆ, ਤੇ ਆਪ ਪਾਲਕੀ 'ਚ ਬੈਠ ਕੇ ਆਇਆ ਕਰੋ, ਪੈਦਲ ਤੁਰ ਕੇ ਨਾ ਆਇਆ ਕਰੋ। ਯਾਦ ਰਵੇ ਬਾਬਾ ਬੁੱਢਾ ਸਾਹਿਬ ਛੇਵੇਂ ਸਤਿਗੁਰਾਂ ਦੇ ਉਸਤਾਦ ਵੀ ਰਹੇ ਨੇ। ਬੜੀਆਂ ਸੋਹਣੀਆਂ ਸੋਹਣੀਆਂ ਘਟਨਾਵਾਂ ਇਤਿਹਾਸ ਵਿੱਚ ਦਰਜ ਨੇ, ਸਾਂਭੀਆਂ ਹੋਈਆਂ ਨੇ ਸਾਡੇ ਇਤਿਹਾਸ ਦੇ ਪੰਨਿਆਂ ਤੇ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਚਪਨ ਵਿੱਚ ਸਨ ਨਾ, ਤੇ ਵਿਦਿਆ ਪੜ੍ਹਨ ਦੇ ਯੋਗ ਜਾਣਿਆ ਗੁਰੂ ਅਰਜਨ ਸਾਹਿਬ ਜੀ ਨੇ, ਤੇ ਬਾਹ ਪਕੜ ਕੇ ਕੁਝ ਲੱਡੂਆਂ ਦਾ ਪ੍ਰਸ਼ਾਦ ਮਿੱਠਾ ਲੈ ਕੇ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਬੀੜ ਸਾਹਿਬ ਗਏ ਸੀ। ਬੀੜ ਸਾਹਿਬ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਬੜੇ ਅਦਬ ਨਾਲ ਮਿਲੇ। ਬਾਬਾ ਜੀ ਨੇ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ 'ਚ, ਮਹਾਰਾਜ ਆਦਰ ਦਿੱਤਾ ਤੇ ਬੈਠ ਗਏ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਆਪਣੇ ਦਰ ਦੇ ਝਾੜੂ ਬਰਦਾਰ ਇਸ ਘਾਈ ਨੂੰ ਆਪਣੇ ਦਰ ਤੇ ਸੱਦਣਾ ਹੀ ਮਹਾਰਾਜ, ਤੁਸੀਂ ਉਚੇਚੇ ਆਏ ਹੋ, ਕੀ ਕੰਮ ਪੈ ਗਿਆ, ਮੈਨੂੰ ਬੁਲਾ ਲੈਂਦੇ ਮਹਾਰਾਜ ਜੀ। ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਅੱਜ ਅਸੀਂ ਆਪਣੇ ਸਾਹਿਬਜ਼ਾਦੇ ਨੂੰ ਤੁਹਾਡੇ ਕੋਲ ਲਿਆਏ ਆ, ਇਹਨੂੰ ਵਿਦਿਆ ਪੜਾਓ। ਇਹ ਗੱਲ ਸੁਣ ਕੇ ਬਾਬਾ ਬੁੱਢਾ ਸਾਹਿਬ ਹੱਸ ਪਏ, ਆਖਣ ਲੱਗੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮੈਂ ਘਾਹ ਖੋਤਣ ਵਾਲਾ ਸਿੱਧਾ ਸਾਦਾ ਜੱਟ, ਆਖਿਆ ਜ਼ਿਮੀਂਦਾਰਾ ਕਰਨ ਵਾਲਾ, ਖੇਤੀ ਕਰਨ ਵਾਲਾ, ਪਸ਼ੂਆਂ ਨੂੰ ਘਾਹ ਖੋਤ ਕੇ ਪਾਉਣ ਵਾਲਾ ਬੰਦਾ, ਮੈਂ ਕੋਈ ਵਿਦਿਆ ਨਹੀਂ ਪੜਿਆ, ਮੈਂ ਕੋਈ ਗ੍ਰੰਥਾਂ ਦਾ ਅਧਿਐਨ ਨਹੀਂ ਕੀਤਾ, ਬਹੁਤੀ ਵਿਦਿਆ ਮੈਂ ਨਹੀਂ ਜਾਣਦਾ। ਮਹਾਰਾਜ ਕਿਸੇ ਵਿਦਵਾਨ ਸਿੱਖ ਦੀ ਡਿਊਟੀ ਲਾਓ ਜਿਹੜਾ ਸਾਹਿਬਜ਼ਾਦੇ ਨੂੰ ਪੜਾਏ। ਤੇ ਜਿਹੜੀ ਗੱਲ ਪੰਜਵੇਂ ਨਾਨਕ ਜੀ ਨੇ ਕਹੀ, ਬੜੇ ਪਿਆਰੇ ਬਚਨ, ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਬਾ ਜੀ ਬਸ ਉਹ ਅੱਖਰ ਸਾਡੇ ਸਾਹਿਬਜ਼ਾਦੇ ਨੂੰ ਪੜਾ ਦਿਓ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਤੁਸੀਂ ਸਿੱਖੇ ਸਨ। ਸਤ ਸੰਗਤ ਇੱਥੇ ਗੱਲ ਬਿਲਕੁਲ ਸਤਿਗੁਰਾਂ ਸਿਰੇ ਹੀ ਲਾ ਦਿੱਤੀ। ਆਖਿਆ ਇਹਨੂੰ ਵਿਦਿਆ ਤੁਸੀਂ